ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਸੀ ਇਹ ਸੰਤ ਜਰਨੈਲ ਸਿੰਘ? ਕੌਣ ਸੀ ਇਹ ਸੰਤ ਜਰਨੈਲ ਸਿੰਘ? ਗਿਆਨ ਧਿਆਨ ਦੀਆਂ ਉਹ ਖੋਜੀ ਬਿਰਤੀਆਂ ਅਜੇ ਨਹੀਂ ਜਾਗੀਆਂ, ਜਿਨ੍ਹਾਂ ਨੇ ਖਾਲਸਾ ਪੰਥ ਦੇ ਇਸ ਅਨਮੋਲ ਹੀਰੇ ਦਾ ਮੁੱਲ ਪਾਉਣਾ ਹੈ। ਅਜੇ ਤਾਂ ਬਾਦੀ ਬਿਰਤੀਆਂ ਦਾ ਹੀ ਬੋਲਬਾਲਾ ਹੈ, ਜਿਨ੍ਹਾਂ ਨੇ ਇਸ ਅਸਾਧਾਰਨ ਵਿਅਕਤੀ ਉੱਤੇ ਰਾਜਨੀਤਿਕ ਕੂੜ ਦੀ ਚਾਦਰ ਤਾਣ ਰੱਖੀ ਹੈ। ਬੇਗਾਨਿਆਂ ਨੇ ਤਾਂ ਭਲਾ ਇਹ ਫਰਜ਼ ਅਦਾ ਕਰਨਾ ਹੀ ਸੀ, ਪਰ ਆਪਣਿਆਂ ਵਿੱਚ ਵੀ ਤਾਂ ਉਹ ਸਮਰੱਥਾ ਅਤੇ ਯੋਗਤਾ ਨਹੀਂ ਜੋ ਇਸ ਧੁੰਦ ਨੂੰ ਲਾਂਭੇ ਕਰਕੇ ਉਸ ਮਹਾਨ ਸ਼ਖਸੀਅਤ ਦੇ ਰੋਲ ਅਤੇ ਉਸ ਦੇ ਨਿਰਮਲ ਸਰੂਪ ਉੱਤੇ ਇੱਕ ਡੂੰਘੀ ਝਾਤ ਪਵਾ ਸਕੇ। ਸੰਤ ਜਰਨੈਲ ਸਿੰਘ ਇਸ ਸਦੀ ਦਾ ਮਹਾਨ ਵਰਤਾਰਾ ਸੀ ਅਤੇ ਉਸ ਨੂੰ ਕੱਚੇ ਬੌਧਿਕ ਦ੍ਰਿਸ਼ਟੀਕੋਣ ਨਾਲ ਨਹੀਂ ਵੇਖਿਆ ਜਾ ਸਕਦਾ। ਇਤਿਹਾਸ ਵੀ ਕੈਸੇ ਕੈਸੇ ਕੌਤਕ ਖੇਡਦਾ ਹੈ। ਕਈ ਵਾਰ ਇੱਕ ਕੌਮ ਦਾ ਦਰਦ ਕਿਸੇ ਇੱਕ ਵਿਅਕਤੀ ਵਿੱਚੋਂ ਲੰਘਾ ਰਿਹਾ ਹੁੰਦਾ ਹੈ ਅਤੇ ਇੱਕ ਦੌਰ ਅਜਿਹਾ ਵੀ ਆਉਂਦਾ ਹੈ ਜਦੋਂ ਇਹ ਦਰਦ ਸਮੁੱਚੀ ਕੌਮ ਵਿੱਚੋਂ ਲੰਘ ਰਿਹਾ ਹੋਵੇ। ਇਹ ਰੱਬੀ ਬਖਸ਼ਿਸ਼ ਦਾ ਇੱਕ ਅਨੋਖਾ ਵਰਤਾਰਾ ਹੈ। ਜਦੋਂ ਇਤਿਹਾਸ ਇੱਕ ਬਿੰਦੂ ਉੱਤੇ ਸਿਮਟ ਜਾਂਦਾ ਹੈ ਜਾਂ ਫੈਲ ਕੇ ਸਾਰੀ ਕੌਮ ਨੂੰ ਆਪਣੇ ਕਲਾਵੇ ਵਿੱਚ ਲੈ ਆਉਂਦਾ ਹੈ। ਕੁਦਰਤ ਦੀ ਇਸ ਖੇਡ ਨੂੰ ਤਰਕ ਦੀ ਕਿਸੇ ਉੱਚੀ ਪੌੜੀ 'ਤੇ ਖਲੋ ਕੇ ਸਮਝਣ ਅਤੇ ਸਮਝਾਉਣ ਲਈ ਵਿਵੇਕ ਸੁਰਾਂ ਦੀ ਉਡੀਕ ਨੇ ਅਜੇ ਦਮ ਨਹੀਂ ਤੋੜਿਆ। ਪਰ ਪਰਮ ਧਿਆਨ ਦਾ ਰਾਜਨੀਤਿਕ ਪੱਖ ਵਾਰ-ਵਾਰ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਇੱਕ ਧਾਰਮਿਕ ਸ਼ਖਸੀਅਤ ਇੰਨਾ ਵੱਡਾ ਅਤੇ ਉੱਚਾ ਰਾਜਨੀਤਿਕ ਰੋਲ ਕਿਵੇਂ ਅਦਾ ਕਰ ਗਈ। ਉਸ ਦੀ ਸ਼ਖਸੀਅਤ ਵਿੱਚ ਆਖਰਕਾਰ ਉਹ ਕਿਹੜਾ ਕ੍ਰਿਸ਼ਮਾ ਸੀ ਜਿਸ ਨੇ ਭਾਰਤ ਦੇ ਸਮਾਜਿਕ ਰਾਜਨੀਤਿਕ ਤਾਣੇ-ਬਾਣੇ ਵਿੱਚ ਵੱਡੀ ਕੰਬਣੀ ਛੇੜ ਦਿੱਤੀ। ਸਿਆਸੀ ਹੰਸ-ਬਿਰਤੀ ਲਈ ਇਹ ਰਮਜ਼ ਬੁੱਝਣੀ ਔਖੀ ਹੈ। ਅਸੀਂ ਉੱਪਰ ਸਿਆਸੀ ਕਲਚਰ ਦੀਆਂ ਡੂੰਘੀਆਂ ਪਰਤਾਂ ਨੂੰ ਫਰੋਲਣ ਦਾ ਯਤਨ ਕੀਤਾ ਹੈ। ਅਸਾਂ ਅਕਾਲੀ ਲੀਡਰਸ਼ਿਪ ਦੇ ਸਿਆਸੀ ਕਲਚਰ ਦੇ ਸੁਭਾਅ ਬਾਰੇ ਵੀ ਚਰਚਾ ਕੀਤੀ ਹੈ। ਉੱਥੇ ਅਸਾਂ ਇਹ ਵੀ ਦੱਸਣ ਦਾ ਯਤਨ ਕੀਤਾ ਕਿ ਰਾਜਨੀਤਿਕ ਢਾਂਚੇ ਦੀ ਮਹਾਨਤਾ ਜਾਂ ਨਿਕੰਮਾਪਣ ਹੀ ਸਿਆਸੀ ਕਲਚਰ ਦਾ ਮਿਆਰ ਮਿਥ ਸਕਦਾ ਹੈ। ਇਹੋ ਜਿਹੀ ਸਥਿਤੀ ਵਿੱਚ ਘਿਰੇ ਵਿਅਕਤੀ ਕੋਈ ਇਨਕਲਾਬੀ ਰੋਲ ਅਦਾ ਹੀ ਨਹੀਂ ਕਰ ਸਕਦੇ, ਕਿਉਂਕਿ ਢਾਂਚੇ ਦੀ ਪੰਜਾਲੀ ਬੜੀ ਬਲਵਾਨ ਹੁੰਦੀ ਹੈ। ਪਰ ਸੰਤ ਜਰਨੈਲ ਸਿੰਘ ਜੀ ਦੀ ਧਾਰਮਿਕ ਸ਼ਖਸੀਅਤ ਜਿਸ ਢਾਂਚੇ ਵਿੱਚ ਢਲੀ ਹੋਈ ਸੀ, ਉਸ ਢਾਂਚੇ ਦਾ ਅਕਾਲੀਆਂ ਵਾਲੇ ਸਿਆਸੀ ਕਲਚਰ ਨਾਲ ਦੂਰ ਨੇੜੇ ਦਾ ਵੀ ਵਾਸਤਾ ਨਹੀਂ ਸੀ। ਸੰਤ ਜਰਨੈਲ ਸਿੰਘ ਇੱਕ ਅਜਿਹੇ ਮਾਡਲ ਨਾਲ ਜੁੜਿਆ ਹੋਇਆ ਸੀ ਜਿਸ ਦੀ ਆਪਣੀ ਇੱਕ ਮੌਲਿਕ ਤੇ ਸੁਤੰਤਰ ਥਾਂ ਸੀ। ਇਸ ਮਾਡਲ ਦਾ ਮਹੱਤਵਪੂਰਨ ਖਾਸਾ ਇਹ ਸੀ ਕਿ ਉਹ ਬਹੁ-ਗਿਣਤੀ ਦੀ ਜਿਹਨੀ ਗੁਲਾਮੀ ਕਬੂਲ ਕਰ ਹੀ ਨਹੀਂ ਸਕਦਾ ਸੀ, ਫਿਰ ਉਹ ਆਪਣੀ ਹੋਂਦ ਦਾ ਕੱਦ ਮੁਕਾਬਲੇ ਵਿੱਚ ਖਲੋਤੀਆਂ ਦੁਨਿਆਵੀ ਗਿਣਤੀਆਂ ਰਾਹੀਂ ਕਿਉਂ ਮਿਥਦਾ। ਸੰਤ ਜਰਨੈਲ ਸਿੰਘ ਵਰਤਾਰੇ ਦੀ ਸਹੀ ਵਿਆਖਿਆ ਲਈ ਤਰਕ ਦੇ ਨਵੇਂ ਮਾਡਲਾਂ ਦੀ ਤਲਾਸ਼ ਕਰਨੀ ਪਵੇਗੀ। ਜਿਸ ਦਾਇਰੇ ਵਿੱਚੋਂ ਖਲੋ ਕੇ ਉਹ ਬੋਲ ਰਿਹਾ ਸੀ, ਉਸ ਦਾ ਇੱਕ ਵਿਸ਼ੇਸ਼ ਮੁਹਾਵਰਾ ਸੀ ਅਤੇ ਇਸ ਮੁਹਾਵਰੇ ਦੀ ਸਮਝ ਸਥਿਤੀ ਤੇ ਬਹੁਤ ਸਾਰੇ ਪਹਿਲੂਆਂ ਦਾ ਮੂੰਹ-ਮੱਥਾ ਨਿਖਾਰਨ ਵਿੱਚ ਮਦਦ ਕਰੇਗੀ। ਉਸ ਦੀ ਸ਼ਹਾਦਤ ਤੋਂ ਪਿੱਛੋਂ ਚੀਜ਼ਾਂ, ਬੰਦੇ, ਰਿਸ਼ਤੇ ਤੇ ਜੀਵਨ ਦੀਆਂ ਕਦਰਾਂ-ਕੀਮਤਾਂ ਬਦਲ ਚੁੱਕੀਆਂ ਸਨ। ਪਰ ਕਿਹੋ ਜਿਹੀ ਸੀ ਇਹ ਤਬਦੀਲੀ? ਭਾਰਤੀ ਰਾਜ ਪ੍ਰਬੰਧ ਦੀ ਵਰਤਮਾਨ ਪ੍ਰਣਾਲੀ ਦੀਆਂ ਬੇਰਹਿਮ ਪਰਤਾਂ ਨਾਲ ਬਹੁ-ਦਿਸ਼ਾਵੀ ਸੰਘਰਸ਼ ਕਰਕੇ ਹੀ ਸਿੱਖ ਮਨਾਂ ਵਿੱਚ ਆਈ ਇਸ ਮਹਾਂ ਤਬਦੀਲੀ ਦੇ ਨਕਸ਼ੇ ਵੇਖੇ ਜਾ ਸਕਦੇ ਹਨ। ਉਸ ਨੂੰ ਖ਼ਬਰਾਂ ਜਾਂ ਪੱਤਰਕਾਰਾਂ ਦੀ ਮੁਹਤਾਜੀ ਦੀ ਕੋਈ ਲੋੜ ਨਹੀਂ ਸੀ। ਉਂਝ ਇਹ ਜਾਂਚ ਅਕਾਲੀ ਕਲਚਰ ਨੇ ਚੰਗੀ ਤਰ੍ਹਾਂ ਸਿੱਖੀ ਹੋਈ ਸੀ। ਪਰ ਸੰਸਾਰ ਭਰ ਦੀਆਂ ਉੱਘੀਆਂ ਅਖ਼ਬਾਰਾਂ ਦੇ ਪੱਤਰਕਾਰ ਜਦੋਂ ਦਰਬਾਰ ਸਾਹਿਬ ਵਿੱਚ ਕਦਮ ਧਰਦੇ ਸਨ, ਤਾਂ ਉਸ ਵਕਤ ਜਿਹੜਾ ਵਿਅਕਤੀ ਉਨ੍ਹਾਂ ਦੀਆਂ ਤਿੱਖੀਆਂ ਨਿਗਾਹਾਂ ਦਾ ਕੇਂਦਰ ਬਣਦਾ ਸੀ, ਇਹ ਦੱਸਣ ਦੀ ਲੋੜ ਨਹੀਂ। ਇੱਥੇ ਲੇਖਕ ਦਾ ਇੱਕੋ ਨਿੱਜੀ ਤਜਰਬਾ ਦੱਸਣਾ ਸ਼ਾਇਦ ਦਿਲਚਸਪ ਹੋਵੇਗਾ। ਇੱਕ ਵਿਦੇਸ਼ੀ ਪੱਤਰਕਾਰ ਨੂੰ ਪੁੱਛਿਆ ਗਿਆ ਕਿ ਸੰਤ ਜਰਨੈਲ ਸਿੰਘ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਮਿਲਣ ਪਿੱਛੋਂ ਤੁਹਾਨੂੰ ਕੀ ਫ਼ਰਕ ਨਜ਼ਰ ਆਇਆ? ਉਹ ਕਿੰਨਾ ਚਿਰ ਹੱਸਦਾ ਰਿਹਾ, ਫਿਰ ਗੰਭੀਰ ਹੋ ਕੇ ਕਹਿਣ ਲੱਗਾ, ਸੰਤ ਲੌਂਗੋਵਾਲ ਘਟਨਾਵਾਂ ਨੂੰ ਕੇਵਲ ਜਾਣਦਾ ਹੈ, ਜਦਕਿ ਸੰਤ ਜਰਨੈਲ ਸਿੰਘ ਜੀ ਘਟਨਾਵਾਂ ਨੂੰ ਮਹਿਸੂਸ ਕਰਦਾ ਹੈ। ਯਾਦ ਰੱਖਣਾ, ਜਿਹੜੇ ਘਟਨਾਵਾਂ ਨੂੰ ਮਹਿਸੂਸ ਕਰਦੇ ਹਨ ਉਹ ਇਤਿਹਾਸ ਵਿੱਚ ਬੜੇ ਖਤਰਨਾਕ ਸਾਬਤ ਹੁੰਦੇ ਹਨ। ਖਤਰਨਾਕ ਸ਼ਬਦ ਉੱਤੇ
ਉਸਨੇ ਇੰਨਾ ਜ਼ੋਰ ਦਿੱਤਾ ਕਿ ਮੈਨੂੰ ਅੱਜ ਵੀ ਇਹ ਲਫ਼ਜ਼ ਪਿਆਰਾ ਪਿਆਰਾ ਲੱਗਦਾ ਹੈ। ਮੈਨੂੰ ਉਸ ਸਮੇਂ ਸ਼ਰਮਸਾਰ ਹੋਣਾ ਪਿਆ ਜਦੋਂ ਉਸਨੇ ਉਲਟਾ ਮੇਰੇ ਅੱਗੇ ਇਹ ਪ੍ਰਸ਼ਨ ਕਰ ਦਿੱਤਾ ਕਿ ਤੁਸੀਂ 18ਵੀਂ ਸਦੀ ਦਾ ਸਿੱਖ ਇਤਿਹਾਸ ਪੜ੍ਹਿਆ ਹੈ। ਜਦੋਂ ਮੈਂ ਨਹੀਂ ਵਿੱਚ ਜਵਾਬ ਦਿੱਤਾ ਤਾਂ ਉਸਨੇ ਖੁਦ ਹੀ ਜਵਾਬ ਦਿੱਤਾ, ਉਹ ਸੰਤ ਜਰਨੈਲ ਸਿੰਘ 18ਵੀਂ ਸਦੀ ਦੀ ਰੂਹ ਹੈ ਜੋ 20ਵੀਂ ਸਦੀ ਵਿੱਚ ਵਿਚਰ ਰਹੀ ਹੈ। ਕਿੰਨਾ ਪਿਆਰਾ ਸੱਚ ਹੈ। 20ਵੀਂ ਸਦੀ ਦੇ 70ਵੇਂ ਦੇ ਅਖੀਰ ਵਿੱਚ ਖਾਲਸਾ ਪੰਥ ਦੀ ਪ੍ਰਭੂ ਸੱਤਾ ਦੇ ਝੰਡੇ ਬੁਲੰਦ ਹੋ ਚੁੱਕੇ ਸਨ। ਇਹ ਹਿੰਦੁਸਤਾਨ ਦੇ ਗਗਨ ਮੰਡਲ ਦੇ ਇੱਕ ਹਿੱਸੇ ਉੱਤੇ ਨਵੇਂ ਸੂਰਜ ਦਾ ਪ੍ਰਕਾਸ਼ ਸੀ। 20ਵੀਂ ਸਦੀ ਦੇ 70ਵੇਂ ਦੇ ਅਖੀਰ ਵਿੱਚ ਦਮਦਮੀ ਟਕਸਾਲ ਦੇ ਇਸ ਜਥੇਦਾਰ ਨੇ ਆਪਣੇ ਹੀ ਢੰਗ ਨਾਲ ਸਿੱਖਾਂ ਦੀ ਪ੍ਰਭੂ ਸੱਤਾ ਦਾ ਝੰਡਾ ਬੁਲੰਦ ਕੀਤਾ। ਉਸਨੇ ਇਸ ਉਮੀਦ ਨੂੰ ਛੱਡਿਆ ਨਹੀਂ ਸੀ ਕਿ ਇਸੇ ਮੁਲਕ ਵਿੱਚ ਰਹਿ ਕੇ ਸਿੱਖ ਆਪਣੀ ਥਾਂ ਬਣਾਉਣਗੇ। ਉਹ ਵਿਵੇਕ ਜਜ਼ਬਿਆਂ ਦੀ ਪੱਧਰ ਉੱਤੇ ਵਿਚਰ ਰਿਹਾ ਸੀ, ਪਰ ਭਾਰਤੀ ਸਟੇਟ ਦੇ ਹਾਕਮਾਂ ਕੋਲ ਰਾਜਨੀਤਿਕ ਦਾਨੀਸ਼ਵਰੀ ਦੀ ਉਹ ਕਲਾ ਨਹੀਂ ਸੀ ਜੋ ਕਿਸੇ ਸਟੇਟ ਦੇ ਹਾਕਮ ਕੋਲ ਲਾਜ਼ਮੀ ਹੋਣੀ ਚਾਹੀਦੀ ਹੈ। ਇਤਿਹਾਸ ਨੇ ਇਹ ਫੈਸਲਾ ਅਜੇ ਦੇਰ ਨਾ ਕਰਨਾ ਹੈ ਕਿ ਸੰਤ ਜਰਨੈਲ ਸਿੰਘ ਅਤੇ ਭਾਰਤੀ ਸਟੇਟ ਦੀ ਜੰਗ ਵਿੱਚ ਪਹਿਲ ਕਰਨ ਦੀ ਦੋਸ਼ੀ ਭਾਰਤੀ ਸਟੇਟ ਹੀ ਸੀ। ਹੋਰ ਤਾਂ ਹੋਰ ਅਕਾਲੀ ਕਲਚਰ ਨੂੰ ਵੀ ਸੰਤ ਜਰਨੈਲ ਸਿੰਘ ਦੀ ਸਮਝ ਨਹੀਂ ਲੱਗੀ। ਇਹ ਸਮਝ ਲੱਗ ਹੀ ਨਹੀਂ ਸਕਦੀ ਸੀ, ਕਿਉਂਕਿ ਦੋਹਾਂ ਦੇ ਪ੍ਰੇਰਨਾ ਸਰੋਤ, ਢੰਗ ਤਰੀਕੇ ਅਤੇ ਰਸਤੇ ਵੱਖਰੇ ਵੱਖਰੇ ਸਨ। ਅਕਾਲੀ ਦਲ ਲਈ ਉਹ ਅਜਨਬੀ ਹੀ ਰਹਿਣਾ ਸੀ। ਅਕਾਲੀ ਕਲਚਰ ਨੇ ਵਰਤਮਾਨ ਹਾਲਾਤਾਂ ਵਿੱਚ ਗਰਕ ਹੋਣਾ ਪ੍ਰਵਾਨ ਕਰ ਲਿਆ ਸੀ, ਜਦ ਕਿ ਸੰਤ ਜਰਨੈਲ ਸਿੰਘ ਵਰਤਾਰੇ ਦੀ ਤਾਰ 18ਵੀਂ ਸਦੀ ਦੇ ਸੰਘਰਸ਼ੀਲ ਖਾਲਸੇ ਨਾਲ ਜੁੜ ਗਈ ਸੀ। ਘੱਟੋ ਘੱਟ ਰੂਹ ਦੇ ਪੱਧਰ ਉੱਤੇ ਇਹ ਖੇਡ ਵਾਪਰ ਚੁੱਕੀ ਸੀ। ਇਹ ਗੱਲ ਵੱਖਰੀ ਹੈ ਕਿ ਇਤਿਹਾਸ ਅਜੇ ਆਪਣੀ ਟਿੱਪਣੀ ਭਾਵੇਂ ਦੇਰ ਨਾਲ ਦੇਵੇ। ਉੱਪਰ ਅਸੀਂ ਅਕਾਲੀ ਕਲਚਰ ਦੀ ਵਿਆਖਿਆ ਵਿੱਚ ਬੇਤਰਸ ਹੋ ਗਏ ਸਾਂ, ਪਰ ਅਸੀਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਅਸਲ ਅਕਾਲੀ ਕਲਚਰ ਵਿੱਚ ਅਜੇ ਰਾਜਨੀਤਿਕ ਸ਼ਮੂਲੀਅਤ ਅਤੇ ਸਾਫ-ਦਿਲੀ ਦੇ ਗੁਰਮਤਿ ਅੰਸ਼ ਮੌਜੂਦ ਹਨ। ਇਸੇ ਲਈ ਅਕਾਲੀ ਕਲਚਰ ਵੱਲੋਂ ਭਾਰਤੀ ਪ੍ਰਬੰਧ ਪ੍ਰਤੀ ਵਫ਼ਾਦਾਰੀ ਜਤਾਉਣ ਦੇ ਬਾਵਜੂਦ ਭਾਰਤੀ ਸਟੇਟ ਨੇ ਅਕਾਲੀਆਂ ਦੇ ਇੱਕ ਵੱਡੇ ਹਿੱਸੇ ਨੂੰ ਆਪਣੇ ਸ਼ੱਕ ਦੇ ਘੇਰੇ ਵਿੱਚੋਂ ਬਾਹਰ ਨਹੀਂ ਕੱਢਿਆ। ਸੰਤ ਜਰਨੈਲ ਸਿੰਘ ਦੇ ਨਾਲ ਸਿੱਖ ਪੰਥ ਦੇ ਕਾਫਲੇ ਤੁਰਨ ਲਈ ਇੰਨੇ ਉਤਾਵਲੇ ਕਿਉਂ ਹੋ ਉੱਠੇ? ਇਸ ਸਵਾਲ ਦਾ ਜਵਾਬ ਲੈਣ ਲਈ ਸਾਨੂੰ ਸਿੱਖ ਮਨਾਂ ਦੇ ਮਨੋਵਿਗਿਆਨ ਨੂੰ ਸਮਝਣ ਲਈ ਵਿਹਲ ਕੱਢਣੀ ਪੈਣੀ ਹੈ। ਯਾਦ ਰਹੇ ਕਿ ਅਣਖੀਲੀਆਂ ਕੌਮਾਂ ਦੀ ਮਾਨਸਿਕਤਾ ਨੂੰ ਬੁੱਝਣ ਲਈ ਤਰਕੀਬ ਇੰਨੀ ਛੇਤੀ ਹੱਥ ਵਿੱਚ ਨਹੀਂ ਆਉਂਦੀ, ਪਰ ਅਨੁਭਵ ਦਾ ਹਥਿਆਰ ਇਸ ਮਾਜਰੇ ਦੀ ਸਮਝ ਲਈ ਕਾਫੀ ਕਾਰਗਰ ਹੋ ਸਕਦਾ ਹੈ। ਅਸੀਂ ਇੱਥੇ ਅਨੁਭਵ ਦੇ ਸੰਕਲਪ ਨੂੰ ਪੂਰਨ ਤੌਰ 'ਤੇ ਰਹੱਸਮਈ ਅਰਥਾਂ ਵਿੱਚ ਨਹੀਂ ਲੈ ਰਹੇ, ਸਗੋਂ ਅਨੁਭਵ ਦੀ ਤਰਕ ਬਿਰਤੀ ਨੂੰ ਜਗਾਉਣਾ ਚਾਹੁੰਦੇ ਹਾਂ, ਜੋ ਸਤਹੀ ਜਾਂ ਅਖਬਾਰੀ ਕਿਸਮ ਦੀ ਦਲੀਲਬਾਜ਼ੀ ਨੂੰ ਰੱਦ ਕਰਕੇ ਅੱਗੇ ਵਧਦੀ ਹੈ। ਸਾਨੂੰ ਇਹ ਤਾਂ ਮੰਨਣਾ ਹੀ ਪਵੇਗਾ ਕਿ ਸੰਤ ਜਰਨੈਲ ਸਿੰਘ ਵੱਧ ਤੋਂ ਵੱਧ 100-200 ਬੰਦਿਆਂ ਨੂੰ ਨਾਲ ਲੈ ਕੇ ਇੱਕ ਇਹੋ ਜਿਹੀ ਸਟੇਟ ਨਾਲ ਟੱਕਰ ਲੈ ਰਿਹਾ ਸੀ ਜੋ ਆਧੁਨਿਕ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਸੀ, ਪਰ ਸੰਤ ਜਰਨੈਲ ਸਿੰਘ ਨੇ ਪਰਵਾਹ ਨਹੀਂ ਕੀਤੀ। ਉਸਨੇ 20ਵੀਂ ਸਦੀ ਵਿੱਚ ਇਸ ਹਕੀਕਤ ਨੂੰ ਸਾਕਾਰ ਕੀਤਾ ਕਿ ਬੰਦੇ ਦੇ ਪੱਲੇ ਸੱਚ ਹੋਵੇ ਸਹੀ, ਉਹ ਮਾਮੂਲੀ ਜਿਹੀ ਤਾਕਤ ਨਾਲ ਵੀ ਵੱਡੀ ਤੋਂ ਵੱਡੀ ਤਾਕਤ ਨਾਲ ਟੱਕਰ ਲੈਣ ਦੀ ਯੋਗਤਾ ਰੱਖਦਾ ਹੈ। ਦਰਬਾਰ ਸਾਹਿਬ ਵਿੱਚ ਘਿਰੇ 100-200 ਹਥਿਆਰਬੰਦ ਬੰਦਿਆਂ ਨੇ 1 ਲੱਖ ਫੌਜ ਅਤੇ ਨੀਮ ਫੌਜ ਨਾਲ ਟੱਕਰ ਲਈ ਅਤੇ ਮਰ ਮਿਟੇ। ਕੌਣ ਜਿੱਤਿਆ ਅਤੇ ਕੌਣ ਹਾਰਿਆ, ਸਿਰਫ ਰੋਸ਼ਨ ਜ਼ਮੀਰ ਇਤਿਹਾਸਕਾਰਾਂ ਨੂੰ ਇਹ ਕਹਿਣ ਦਾ ਮਾਣ ਮਿਲ ਸਕੇਗਾ ਕਿ ਜੂਨ 1984 ਦੇ ਪਹਿਲੇ ਹਫ਼ਤੇ ਵਿੱਚ ਜਿਨ੍ਹਾਂ ਨੂੰ ਹਾਰੇ ਕਿਹਾ ਜਾਂਦਾ, ਉਹ ਅਸਲ ਵਿੱਚ ਜਿੱਤੇ ਸਨ। ਅਨੁਭਵ ਦੀ ਇਸ ਕਿਸਮ ਦੀ ਤਰਕ ਬਿਰਤੀ ਨਾਲ ਹੀ ਇਹੋ ਜਿਹੀਆਂ ਬੇਬਾਕ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਹਨ। ਭਾਰਤੀ ਸਟੇਟ ਨੇ ਤਰਕ ਅਤੇ ਜਜ਼ਬੇ ਦੇ ਕਿਸੇ ਉੱਚੇ ਸੰਤੁਲਨ ਅਤੇ ਸੁਮੇਲ ਵਿੱਚ ਸੰਤ ਜਰਨੈਲ ਸਿੰਘ ਦੇ ਦੀਦਾਰ ਨਹੀਂ ਕੀਤੇ। ਰਾਜਨੀਤਿਕ ਦਰਸ਼ਨ ਦੀਆਂ ਮਹਾਨ ਖੂਬੀਆਂ ਦਾ ਇੱਕ ਜਿਉਂਦਾ ਜਾਗਦਾ ਅਤੇ ਖੁੱਲ੍ਹਾ ਡੁੱਲਾ ਮਾਹੌਲ ਭਾਰਤੀ ਸਟੇਟ ਦੇ ਵਿਹੜੇ ਵਿੱਚ ਵੇਖਣ ਨੂੰ ਨਹੀਂ ਮਿਲਦਾ। ਇੱਥੇ ਆਪਣੇ ਵਿਰੋਧੀਆਂ ਅਤੇ ਦੁਸ਼ਮਣ ਦੀ ਪਛਾਣ ਕਰਨ ਵਾਲੀ ਸੂਖਮ ਬਿਰਤੀ ਅਤੇ ਦ੍ਰਿਸ਼ਟੀ ਉੱਕਾ ਹੀ ਗਾਇਬ ਹੈ। ਅਸੀਂ ਉੱਕਾ ਹੀ ਸ਼ਬਦ ਦੀ ਵਰਤੋਂ ਕਰਨ ਤੋਂ ਪਹਿਲਾਂ ਸੋਚ ਉੱਤੇ ਕਾਫੀ ਬੋਝ ਪਾਇਆ। ਇਹ ਭਾਰਤੀ ਸਟੇਟ ਦਾ ਵੱਡਾ ਦੁਖਾਂਤ ਹੈ ਕਿ ਉਸ ਕੋਲ ਇਸ ਤਰ੍ਹਾਂ ਦੀ ਜਥੇਬੰਦਕ ਘਾੜਤ
ਰਚਨਾ ਸੰਰਚਨਾ ਜਾਂ ਢਾਂਚਾ ਨਹੀਂ, ਜਿਸ ਰਾਹੀਂ ਦੇਸ਼ ਅੰਦਰ ਉੱਠੀ ਕਿਸੇ ਵੀ ਰੋਸ ਲਹਿਰ ਦੀ ਸਮਾਜਿਕ, ਰਾਜਨੀਤਿਕ ਤੇ ਸੱਭਿਆਚਾਰਕ ਖੂਬਸੂਰਤੀ ਕਿਸੇ ਉੱਚੇ, ਨਿਰਪੱਖ ਤੇ ਸੰਤੁਲਿਤ ਵਿਸ਼ਲੇਸ਼ਣ ਰਾਹੀਂ ਪਹੁੰਚਾਈ ਜਾ ਸਕੇ। ਇੱਥੋਂ ਤੱਕ ਕਿ ਖੁਫੀਆ ਏਜੰਸੀਆਂ ਅਤੇ ਖਾਸ ਕਰਕੇ ਰॉ ਵਰਗੀ ਅਤੀ ਸੂਖਮ ਖੁਫੀਆ ਏਜੰਸੀ ਵੀ ਭਾਰਤ ਸਟੇਟ ਵਿਰੁੱਧ ਇਕੱਠੇ ਹੋ ਰਹੇ ਰੋਹ ਦੇ ਚੰਗਿਆੜਿਆਂ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰਨ ਵਿੱਚ ਅਸਫਲ ਰਹੀ। ਕਿਹਾ ਜਾ ਸਕਦਾ ਹੈ ਕਿ ਭਾਰਤੀ ਸਟੇਟ ਉੱਤੇ ਬੈਠੀ ਕੁਲੀਨ ਸ਼੍ਰੇਣੀ ਕੋਲ ਕਿਸੇ ਵੀ ਲਹਿਰ ਬਾਰੇ ਉਹ ਜਾਣਕਾਰੀ ਨਹੀਂ ਜਿਸ ਨੂੰ ਪਾਰਦਰਸ਼ੀ ਕਿਹਾ ਜਾ ਸਕੇ। ਕਿ ਇੱਥੋਂ ਇਸ ਨਤੀਜੇ ਉੱਤੇ ਪਹੁੰਚਿਆ ਜਾਏ ਕਿ ਭਾਰਤੀ ਸਟੇਟ ਕੋਲ ਜਾਣਕਾਰੀ ਦੇ ਸਹੀ ਤੇ ਨਿਰਪੱਖ ਵਸੀਲੇ ਹੀ ਨਹੀਂ ਹਨ।